ਕਿਰਪਾਨ ਵਿਵਾਦ ਦੇ ਵਿਚਾਲੇ ਸਿਮਰਨਜੀਤ ਸਿੰਘ ਮਾਨ ਦੀ ਦਲੀਲ ਕਿਹਾ ਹਿੰਦੂ ਜਨੇਊ ਪਾ ਕੇ ਜਹਾਜ਼ ਦੇ ਵਿੱਚ ਕਰ ਸਕਦੇ ਨੇ ਸਫ਼ਰ ਤਾਂ ਸਿੱਖ ਕਿਉਂ ਨਹੀਂ ਲੈ ਕੇ ਜਾ ਸਕਦੇ ਕਿਰਪਾਨ। ਜਨੇਊ ਦੇ ਨਾਲ ਵੀ ਕਿਸੇ ਦਾ ਦਬਾਇਆ ਜਾ ਸਕਦਾ ਹੈ ਗਲਾ, ਕਿਰਪਾਨ ਨਹੀਂ ਤਾਂ ਜਨੇਊ ਨੇ। ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਰੇਡ ਦੇ ਉੱਤੇ ਛਿੜਿਆ ਸਿਆਸੀ ਘਮਸਾਨ। ਆਮ ਆਦਮੀ ਪਾਰਟੀ ਬੋਲੀ ਸ਼ਰਾਬ ਨੀਤੀ ਦੀ ਜਾਂਚ ਨਹੀਂ, ਮਕਸਦ ਹੈ ਕੇਜਰੀਵਾਲ ਦੀ ਲੋਕਪ੍ਰਿਯਤਾ ਨੂੰ ਰੋਕਣਾ। ਤਾਂ ਬੀਜੇਪੀ ਦਾ ਪਲਟਵਾਰ, ਕੇਜਰੀਵਾਲ ਹੀ ਨੇ ਐਕਸਾਈਜ਼ ਘੁਟਾਲੇ ਦੇ ਡਾਇਰੈਕਟਰ। ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਚੁਣੌਤੀ। ਬੋਲੇ ਮੁਖਤਾਰ ਅੰਸਾਰੀ ਮਾਮਲੇ 'ਚ ਜਦੋਂ ਚਾਹੇ ਕਰੋ ਪੁੱਛਗਿੱਛ, ਕਿਸੇ ਵੀ ਅਧਿਕਾਰੀ ਸਾਹਮਣੇ ਬਿਠਾ ਕੇ ਕਰੋ ਸਵਾਲ। ਜੇਲ੍ਹ ਤੋਂ ਬਾਹਰ ਆਏ ਬਿਕਰਮ ਮਜੀਠੀਆ ਨੇ ਇੱਕ ਵਾਰ ਮੁੜ ਤੋਂ ਸਿੱਧੂ ਤੇ ਕਸੇ ਤੰਜ। ਬੋਲੇ ਮੈਂ ਤਾਂ ਜ਼ਮੀਨ ਤੇ ਸੌਂਦਾ ਸੀ ਪਰ ਕੁਝ ਲੋਕਾਂ ਨੂੰ ਮਿਲਿਆ ਹੈ ਬੈੱਡ ਅਤੇ ਗੱਦਾ। ਗ੍ਰੀਨ ਟੀ ਦੇ ਨਾਲ ਡਰਾਈ ਫਰੂਟ ਦਾ ਵੀ ਲੈਂਦੇ ਨੇ ਮਜ਼ਾ। ਪੰਜਾਬ ਰਾਜਸਥਾਨ ਬਾਰਡਰ ਤੇ ਕਿਸਾਨਾਂ ਦਾ ਪ੍ਰਦਰਸ਼ਨ। ਅੱਧ ਨਗਨ ਹੋ ਕੇ ਸੜਕਾਂ ਤੇ ਉਤਰੇ ਕਿਸਾਨ। ਨਰਮੇ ਦੀ ਖਰਾਬ ਹੋਈ ਫਸਲ ਦਾ ਮੰਗ ਰਹੇ ਨੇ ਮੁਆਵਜ਼ਾ। ਗੁਰਦਾਸਪੁਰ ਦੇ ਪਿੰਡ ਤਲਵੰਡੀ ਬਾਥੋਨਗੜ੍ਹ ਦੇ ਵਿੱਚ ਫਾਇਰਿੰਗ। ਵਿਕਾਸ ਫੰਡਾਂ ਦੇ ਵਿੱਚ ਘੁਟਾਲੇ ਦੀ ਸ਼ਿਕਾਇਤ ਕਰਨ ਤੇ ਭੜਕਿਆ ਸਰਪੰਚ। ਸ਼ਿਕਾਇਤਕਰਤਾ ਦੇ ਘਰ ਤੇ ਫਾਇਰਿੰਗ ਦੇ ਇਲਜ਼ਾਮ, ਪੁਲਿਸ ਨੇ ਦਰਜ ਕੀਤਾ ਕੇਸ। ਮੋਗਾ ਦੀ ਪੀੜਤਾ ਨੇ ਪੁਲਿਸ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਲਗਾਈ ਗੁਹਾਰ। ਕਿਹਾ ਮੁੰਡੇ ਨੇ ਫੋਨ ਕਰਕੇ ਬੁਲਾਇਆ, ਦੋਸਤਾਂ ਦੇ ਨਾਲ ਮਿਲ ਕੇ ਜ਼ਬਰਦਸਤੀ ਦੀ ਕੀਤੀ ਕੋਸ਼ਿਸ਼ ਤਾਂ ਮੁੰਡੇ ਦਾ ਪਰਿਵਾਰ ਬੋਲਿਆ ਵਿਆਹ ਦੇ ਲਈ ਦਬਾਅ ਬਣਾ ਰਹੀ ਸੀ ਕੁੜੀ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦਾ ਦੀ ਸ਼ੁਰੂਆਤ ਅੱਜ ਕਰਨ ਜਾ ਰਹੇ ਹਾਂ ਬਿਆਨ ਸਿਮਰਨਜੀਤ ਸਿੰਘ ਮਾਨ ਦਾ। ਸੰਗਰੂਰ ਤੋਂ ਐਮਪੀ ਚੁਣੇ ਗਏ ਨੇ ਤੇ ਉਸ ਤੋਂ ਬਾਅਦ ਇੱਕ ਉਹਨਾਂ ਦੇ ਜਿਹੜੇ ਬਿਆਨ ਆ ਰਹੇ ਨੇ, ਵਿਵਾਦ ਉਹਨਾਂ ਦੇ ਉੱਤੇ ਖੜਾ ਹੋ ਰਿਹਾ ਤੇ ਹੁਣ ਸਿਮਰਨਜੀਤ ਸਿੰਘ ਮਾਨ ਨੇ ਜਨੇਊ ਪਾਉਣ ਦੇ ਉੱਤੇ ਸਵਾਲ ਚੁੱਕੇ ਨੇ। ਐਮਪੀ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ। ਦਰਅਸਲ ਕਿਰਪਾਨ ਵਿਵਾਦ ਦੇ ਵਿਚਾਲੇ ਉਹਨਾਂ ਦੇ ਵੱਲੋਂ ਦਲੀਲ ਇਹ ਦਿੱਤੀ ਗਈ ਹੈ ਕਿ ਹਿੰਦੂ ਜਨੇਊ ਪਾ ਕੇ ਜੇਕਰ ਜਹਾਜ਼ ਦੇ ਵਿੱਚ ਸਫ਼ਰ ਕਰ ਸਕਦੇ ਨੇ ਤਾਂ ਫਿਰ ਸਿੱਖ ਜਹਾਜ਼ ਦੇ ਵਿੱਚ ਕਿਰਪਾਨ ਕਿਉਂ ਨਹੀਂ ਲੈ ਕੇ ਜਾ ਸਕਦੇ। ਜਨੇਊ ਦੇ ਨਾਲ ਕਿਸੇ ਦਾ ਵੀ ਗਲਾ ਦਬਾਇਆ ਜਾ ਸਕਦਾ ਹੈ। ਇਹ ਸਿਮਰਨਜੀਤ ਸਿੰਘ ਮਾਨ ਦਾ ਤਰਕ ਹੈ। ਮਾਨ ਕੀ ਤਰਕ ਦੇ ਰਹੇ ਨੇ ਕਿ ਜੇਕਰ ਜਨੇਊ ਹਿੰਦੂ ਕੋਈ ਜਨੇਊ ਪਾ ਕੇ ਜਾਂਦਾ, ਜਿਹੜੇ ਜਨੇਊਧਾਰੀ ਹਿੰਦੂ ਹੁੰਦੇ ਨੇ ਉਹ ਜਨੇਊ ਪਾ ਕੇ ਜਹਾਜ਼ ਦੇ ਵਿੱਚ ਸਫ਼ਰ ਕਰਦੇ ਨੇ, ਤਾਂ ਸਿਮਰਨਜੀਤ ਸਿੰਘ ਮਾਨ ਦਾ ਤਰਕ ਹੈ ਇਸ ਦੇ ਉੱਤੇ ਕਿ ਜਨੇਊ ਦੇ ਨਾਲ ਵੀ ਤਾਂ ਕਿਸੇ ਦਾ ਗਲਾ ਦਬਾਇਆ ਜਾ ਸਕਦਾ, ਗਲਾ ਘੋਟਿਆ ਜਾ ਸਕਦਾ ਹੈ। ਕਿ ਜੇ ਤਲਵਾਰ ਨੂੰ ਇੱਕ ਹਥਿਆਰ ਦੇ ਤੌਰ ਦੇ ਉੱਤੇ, ਕਿਰਪਾਨ ਨੂੰ ਹਥਿਆਰ ਦੇ ਤੌਰ ਦੇ ਉੱਤੇ ਦੇਖ ਕੇ ਇਸ ਕਰਕੇ ਨਹੀਂ ਲੈ ਕੇ ਜਾਣ ਦਿੱਤੀ ਜਾਂਦੀ ਹਵਾਈ ਜਹਾਜ਼ ਦੇ ਵਿੱਚ, ਤਾਂ ਫਿਰ ਹਥਿਆਰ ਦੇ ਤੌਰ ਦੇ ਉੱਤੇ ਤਾਂ ਜਨੇਊ ਨੂੰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਖੈਰ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇਹ ਤਰਕ ਦਿੱਤਾ ਗਿਆ। ਇਸ ਤਰਕ ਦੇ ਉੱਤੇ ਕਿੰਨਾ ਕੁ ਜਿਹੜੇ ਵਿਰੋਧੀ ਨੇ ਖਾਸ ਤੌਰ ਤੇ ਹਿੰਦੂ ਜਥੇਬੰਦੀਆਂ ਉਸ ਦੇ ਉੱਤੇ ਬੋਲਦੀਆਂ ਨੇ, ਇਹ ਜ਼ਰੂਰ ਸਵਾਲ ਰਹੇਗਾ। ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਹਾਜ਼ ਦੇ ਵਿੱਚ ਲੋਕ ਲੈ ਕੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕ ਟਾਈ ਪਾ ਕੇ ਜਾਂਦੇ ਨੇ। ਯਾਨੀ ਕਿ ਜੇ ਜਹਾਜ਼ ਦੇ ਵਿੱਚ ਤੁਸੀਂ ਸੂਟ ਪਾਇਆ ਹੋਇਆ ਤਾਂ ਟਾਈ ਵੀ ਉਸ ਤਰੀਕੇ ਨਾਲ ਫਿਰ ਇਸਤੇਮਾਲ ਹੋ ਸਕਦੀ ਹੈ। ਜਾਂ ਜੇਕਰ ਤੁਸੀਂ ਕੋਈ ਹੋਰ ਕੱਪੜਾ ਲੈ ਕੇ ਜਾ ਰਹੇ ਹੋ, ਮਫਲਰ ਕਿਸੇ ਨੇ ਗਲ ਦੇ ਵਿੱਚ ਪਾਇਆ ਹੋਇਆ ਹੈ, ਤਾਂ ਉਹ ਤਾਂ ਸਾਰੇ ਫਿਰ ਗਲਾ ਦਬਾਉਣ ਵਾਲੇ ਜਿਹੜੇ ਤਰਕ ਦੇ ਰਹੇ ਨੇ ਐਮਪੀ ਸਾਹਿਬ, ਉਸ ਦੇ ਵਿੱਚ ਸਾਰੇ ਹੋ ਜਾਣਗੇ। ਤਾਂ ਕਿਹੜੀਆਂ ਚੀਜ਼ਾਂ ਬੈਨ ਹੋਣਗੀਆਂ। ਖੈਰ ਸਿਮਰਨਜੀਤ ਸਿੰਘ ਮਾਨ ਦਾ ਤਰਕ ਇਹ ਹੈ ਕਿ ਸਿੱਖਾਂ ਨੂੰ ਆਜ਼ਾਦੀ ਹੈ ਆਪਣੇ ਧਾਰਮਿਕ ਚਿੰਨ੍ਹ ਪਾਉਣ ਦੀ, ਕਕਾਰ ਪਾਉਣ ਦੀ। ਇਸ ਕਰਕੇ ਇਹ ਤਰਕ ਦੇ ਰਹੇ ਨੇ ਕਿ ਜਦੋਂ ਜਹਾਜ਼ ਦੇ ਵਿੱਚ ਸਫ਼ਰ ਕਰਦੇ ਆ ਤਾਂ ਉਸ ਸਮੇਂ ਵੀ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਕਿਉਂ ਨਹੀਂ ਦਿੱਤੀ ਜਾਂਦੀ? ਕਿ ਜੇਕਰ ਇੱਕ ਹਿੰਦੂ ਭਾਈਚਾਰੇ ਦੇ ਲੋਕ ਜਨੇਊ ਪਾ ਕੇ ਸਫ਼ਰ ਕਰ ਸਕਦੇ ਨੇ ਜੋ ਕਿ ਉਹਨਾਂ ਦਾ ਧਾਰਮਿਕ ਚਿੰਨ੍ਹ ਹੈ, ਤਾਂ ਫਿਰ ਕਿਉਂ ਕਿਰਪਾਨ ਦੇ ਉੱਤੇ ਰੋਕ ਹੈ? ਕਿਉਂ ਕਿਰਪਾਨ ਪਾ ਕੇ ਨਹੀਂ ਜਾ ਸਕਦੇ? ਖੈਰ ਇਹ ਵੱਡਾ ਸਵਾਲ ਔਰ ਖੂਬ ਤੁਸੀਂ ਕਹਿ ਸਕਦੇ ਹੋ ਕਿ ਵਿਵਾਦ ਦੀ ਵਜ੍ਹਾ ਬਣ ਸਕਦਾ ਹੈ। ਪਰ ਸਵਾਲ ਇਹ ਵੀ ਹੈ ਕਿ ਸਿਮਰਨਜੀਤ ਸਿੰਘ ਮਾਨ ਐਮਪੀ ਬਣਨ ਤੋਂ ਬਾਅਦ ਲਗਾਤਾਰ ਅਜਿਹੀਆਂ ਸਟੇਟਮੈਂਟਸ ਸੁਣਦੀਆਂ ਜ਼ਰੂਰ ਸਾਹਮਣੇ ਆ ਰਹੀਆਂ ਨੇ ਜੋ ਵਿਵਾਦ ਦੀ ਵਜ੍ਹਾ ਬਣ ਰਹੀਆਂ ਨੇ। ਉਹ ਚਾਹੇ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਹੋਵੇ, ਤਿਰੰਗੇ ਨੂੰ ਲੈ ਕੇ ਦਿੱਤੀਆਂ ਗਈਆਂ ਸਟੇਟਮੈਂਟਸ ਹੋਣ, ਜਾਂ ਫਿਰ ਭਗਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚੋਂ ਹਟਵਾਉਣ ਦੀ ਅਪੀਲ ਹੋਵੇ, ਜਾਂ ਫਿਰ ਹੁਣ ਜਨੇਊ ਨੂੰ ਲੈ ਕੇ ਦਿੱਤੀ ਗਈ ਸਟੇਟਮੈਂਟ ਹੋਵੇ। ਸਵਾਲ ਇਹੀ ਹੈ ਕਿ ਕਿਉਂਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਸਿਮਰਨਜੀਤ ਸਿੰਘ ਮਾਨ, ਸੰਗਰੂਰ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ, ਔਰ ਪੰਜਾਬ ਦੇ ਵਿੱਚ ਕੋਈ ਫਿਰਕੂ ਪ੍ਰਸਤ ਜਾਂ ਫਿਰਕੂ ਸਟੇਟਮੈਂਟਸ ਆਮ ਤੌਰ ਤੇ ਸੁਣਨ ਨੂੰ ਨਹੀਂ ਮਿਲਦੀਆਂ। ਪੰਜਾਬ ਜਾਣਿਆ ਜਾਂਦਾ ਹੈ
ਹਿੰਦੂ ਸਿੱਖ ਭਾਈਚਾਰੇ ਦੇ ਲਈ, ਇੱਥੇ ਸਾਰੀਆਂ ਜਿਹੜੀ ਕਮਿਊਨਿਟੀਜ਼ ਦਾ ਬਹੁਤ ਭਾਈਚਾਰਕ ਸਾਂਝ ਦੇ ਲਈ ਜਾਣਿਆ ਜਾਂਦਾ ਹੈ। ਹੁਣ ਸਵਾਲ ਇਹ ਹੈ ਕਿ ਇਸ ਦਾ ਮਤਲਬ, ਇਸ ਦਾ ਮਕਸਦ ਕੀ ਹੈ ਜੋ ਇਹ ਸਟੇਟਮੈਂਟ ਦਿੱਤੀ ਜਾ ਰਹੀ ਹੈ। ਬੇਸ਼ੱਕ ਉਹ ਦੇਸ਼ ਭਰ ਦੇ ਹਿੰਦੂਆਂ ਦੇ ਸਟੇਟਮੈਂਟ ਦਿੱਤੀ ਜਾ ਰਹੀ ਹੋਵੇ, ਪਰ ਉਸ ਦਾ ਇੰਪੈਕਟ ਪੰਜਾਬ ਦੇ ਉੱਤੇ, ਪੰਜਾਬ ਦੀ ਸਿਆਸਤ ਤੇ ਲਾਜ਼ਮੀ ਤੌਰ ਤੇ ਵੇਖਣ ਨੂੰ ਮਿਲ ਸਕਦਾ ਹੈ। ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਬਿਆਨ ਦਿੱਤਾ ਗਿਆ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ। ਮੈਂ ਕਹੂੰਗਾ ਕਿ ਜਿਹੜੇ ਹਿੰਦੂ ਸਾਡੇ ਭਰਾ ਜਨੇਊ ਪਹਿਨਦੇ ਹੈ, ਜਿਹਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ ਨੇ ਤਾਂ ਜਨੇਊ ਬਿਲਕੁਲ ਸਰਹੱਦ ਲਈ ਛੱਡਤਾ ਸੀ, ਪਰ ਉਹਦੀ ਰੱਖਿਆ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ। ਜਨੇਊ ਦੀ ਗੱਲ ਕਰੀਏ ਤੇ ਜਨੇਊ ਵੀ ਇਹ ਕਿਉਂ ਜਾਏ ਹਵਾਈ ਜਹਾਜ਼ਾਂ ਦੇ ਵਿੱਚ, ਕਿਉਂ ਕਰਕੇ ਜਿਹੜਾ ਡੋਰ ਚੀਨੀਆਂ ਦੀ ਹੈ, ਜੇ ਉਹਦਾ ਜਨੇਊ ਕੋਈ ਪਹਿਨ ਕੇ ਚਲਿਆ ਜਾਊਗਾ, ਉਹ ਤਾਂ ਕਿਸੇ ਦਾ ਗਲ ਵੀ ਵੱਢ ਸਕਦਾ ਹੈ, ਜ਼ਖਮ ਵੀ ਕਰ ਸਕਦਾ ਹੈ, ਉਹ ਡਰਾ ਵੀ ਸਕਦਾ ਹੈ, ਹਾਈਜੈਕ ਵੀ ਕਰ ਸਕਦਾ ਹੈ ਕਿ ਜੇ ਮੈਂ ਇਹ ਚੀਨ ਦਾ ਧਾਗਾ ਡੋਰ ਖਿੱਚਦੀ ਤੇ ਗਰਦਨ ਲੈ ਜੂਗੀ। ਤਾਂ ਇਸ ਤਰ੍ਹਾਂ ਦੀ ਗੱਲ ਜਿਹੜੀ ਕਰਨੀ ਹੈ, ਇਹ ਤਾਂ ਮੈਨੂੰ ਬਤੌਰ ਸਿੱਖ ਹੋਣ ਦੇ ਤੇ ਤੁਹਾਡਾ ਮੈਂਬਰ ਪਾਰਲੀਮੈਂਟ ਹੋਣ ਦੇ ਮਨਜ਼ੂਰ ਨਹੀਂ ਹੈ। ਇਹਦੇ ਨਾਲ ਤੋੜ ਭੰਨ ਬਿਲਕੁਲ ਹੋ ਜੂਗੀ ਜੇ ਹਾਈ ਕੋਰਟ ਨੇ ਇਹੋ ਜਿਹਾ ਫੈਸਲਾ ਕਰਤਾ ਕਿ ਸਿੱਖ ਆਪਣੀ ਕਿਰਪਾਨ ਨਹੀਂ ਪਹਿਨ ਸਕਦੇ ਹੈਗੇ। ਪਹਿਲਾਂ ਮੈਨੂੰ ਪਾਰਲੀਮੈਂਟ ਨਹੀਂ ਜਾਣ ਦਿੱਤਾ ਹੈਗਾ, ਮੇਰਾ ਹੱਕ ਜਿਹੜਾ ਸੰਵਿਧਾਨ ਦੀ 25 ਧਾਰਾ ਦੇ ਵਿੱਚ ਲਿਖਿਆ ਹੋਇਆ। ਹੁਣ ਕੀ ਸਿੱਖ ਜੇ ਸਫ਼ਰ ਕਰ ਰਹੇ ਹੈ, ਉਹ ਕਿਰਪਾਨ ਨਹੀਂ ਪਹਿਨ ਸਕਦੇ। ਤਾਂ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਤਰਕੇ ਦਿੱਤੇ ਜਾ ਰਹੇ ਨੇ ਕਿ ਜਨੇਊ ਦੇ ਨਾਲ ਜਹਾਜ਼ ਹਾਈਜੈਕ ਕੀਤਾ ਜਾ ਸਕਦਾ ਹੈ। ਤਾਂ ਫਿਰ ਹੁਣ ਇਸ ਦੇ ਉੱਤੇ ਅੱਗੇ ਕੀ ਉਹਨਾਂ ਦੇ ਬਿਆਨ ਆਉਂਦੇ ਨੇ, ਜਾਂ ਫਿਰ ਵਿਰੋਧੀ, ਜਾਂ ਫਿਰ ਪੂਰਾ ਮਾਮਲਾ ਕਿਸ ਤਰੀਕੇ ਨਾਲ ਅਦਾਲਤਾਂ 'ਚ ਪਹੁੰਚਦਾ ਹੈ, ਉਸ ਦੇ ਉੱਤੇ ਨਜ਼ਰ ਰਹੇਗੀ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਮੋਹਾਲੀ ਤੋਂ ਹੈ। ਮੋਹਾਲੀ ਪੁਲਿਸ ਨੇ ਕਿਡਨੈਪਿੰਗ ਦੀ ਗੁੱਥੀ ਨੂੰ 48 ਘੰਟਿਆਂ ਦੇ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ ਅਤੇ ਕਿਡਨੈਪ ਹੋਏ ਹਿਤੇਸ਼ ਨਾਮ ਦੇ ਵਿਦਿਆਰਥੀ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਛੁਡਵਾ ਵੀ ਲਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ 3 ਅਗਵਾਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ 'ਚ ਮਾਸਟਰਮਾਈਂਡ ਅਜੇ ਕਾਦੀਆਨ ਹੈ, ਜਿਸ ਨੇ ਇਹ ਸਾਰਾ ਕਿਡਨੈਪਿੰਗ ਦਾ ਖੇਡ ਰਚਿਆ ਸੀ। ਕਿਡਨੈਪਿੰਗ ਦੀ ਖੇਡ ਦੇ ਵਿੱਚ ਰਾਖੀ ਨਾਮ ਦੀ ਕੁੜੀ ਅਤੇ ਇੱਕ ਅਜੇ ਨਾਮ ਦਾ MBBS ਦੀ ਪੜ੍ਹਾਈ ਕਰ ਰਿਹਾ ਵਿਦਿਆਰਥੀ ਵੀ ਸ਼ਾਮਲ ਹੈ। ਸਭ ਤੋਂ ਪਹਿਲਾਂ ਰਾਖੀ ਨੇ ਹਿਤੇਸ਼ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਜਾਲ ਦੇ ਵਿੱਚ ਫਸਾਇਆ, ਫਿਰ ਮਿਲਣ ਦੇ ਲਈ ਬੁਲਾਇਆ ਅਤੇ ਫਿਰ ਉਸ ਨੂੰ ਕਿਡਨੈਪ ਕਰ ਲਿਆ। ਅਜੇ ਕਾਦੀਆਨ ਨੇ ਸਾਰੀ ਪਲੈਨਿੰਗ ਕੀਤੀ। ਆਪਣਾ ਇੱਕ ਹੋਰ ਦੋਸਤ ਹੈ, ਉਹਦਾ ਵੀ ਅਜੇ, ਉਹ ਸਰਸੇ ਦਾ ਹੈਗਾ, ਤੇ ਇੱਕ ਲੜਕੀ ਹੈ ਰਾਖੀ। ਇਹਨਾਂ ਸਭ ਨੇ ਪਲਾਨ ਮਿਲ ਕੇ ਕੀਤਾ। ਲੜਕੀ ਨੂੰ ਮਿਲਣ ਦਾ ਟਾਈਮ ਮੁਕਰਰ ਕੀਤਾ ਗਿਆ। ਪਹਿਲਾਂ ਇਹਨਾਂ ਨੇ ਉੱਥੇ ਜਦੋਂ ਉਹਨੂੰ ਗੱਡੀ ਦੇ ਵਿੱਚ ਓਵਰਪਾਵਰ ਕਰਕੇ ਉਹਦੀ ਅੱਖਾਂ 'ਚ ਮਿਰਚਾਂ ਪਾਈਆਂ ਤੇ ਆਪਣੇ ਫਲੈਟ ਲੈ ਗਏ। ਹਿਤੇਸ਼ ਨੂੰ 2 ਦਿਨ ਤੱਕ ਬੰਦਕ ਬਣਾ ਕੇ ਰੱਖਿਆ ਗਿਆ। ਜਦੋਂ ਹੋਸ਼ ਦੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਨਸ਼ੇ ਦਾ ਇੰਜੈਕਸ਼ਨ ਦਿੱਤਾ ਜਾਂਦਾ ਹੈ ਅਤੇ ਉਸ ਦੇ ਪਰਿਵਾਰ ਵਾਲਿਆਂ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਲੜਕੀ ਨੇ ਉਹਨੂੰ ਬੰਨ ਕੇ ਰੱਖਿਆ। ਉਹ ਕਾਫੀ ਹੈਫਟੀ ਅਮਾਉਂਟ ਸੀ, ਕਾਫੀ ਇਹਨਾਂ ਨੇ ਵੱਡਾ ਰਕਮ ਲੱਗੀ, ਪਰ ਜਿੱਦਾਂ ਘਰਦਿਆਂ ਦੀ ਜਿੰਨੀ ਹੈਸੀਅਤ ਦੇ ਮੁਤਾਬਕ ਹੀ ਅਗਲੇ ਨੈਗੋਸ਼ੀਏਟ ਵੀ ਕਰਦੇ ਰਹੇ, ਪਰ ਉਹ ਡਰੇ ਬਹੁਤ ਹੋਏ ਸੀਗੇ। ਪੁਲਿਸ ਪੁੱਛ ਪੜਤਾਲ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਹਨਾਂ ਤਿੰਨਾਂ ਨੇ ਪਹਿਲਾਂ ਦਿੱਲੀ ਦੇ ਵੀ ਇੱਕ ਵਿਦਿਆਰਥੀ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਕਾਮਯਾਬ ਨਹੀਂ ਹੋ ਸਕੇ ਸਨ। ਤਾਂ ਹਨੀ ਟ੍ਰੈਪ ਲਗਾ ਕੇ ਇਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਜੇਕਰ ਤੁਹਾਡੇ ਵੀ ਬੱਚੇ ਦੇ ਕੋਲ ਮੋਬਾਈਲ ਫੋਨ ਹੈ ਤਾਂ ਤੁਹਾਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੋਏਗਾ ਕਿ ਉਸ ਦੇ ਕੋਲ ਕਿਹੜੀਆਂ ਕਾਲਸ ਆ ਰਹੀਆਂ ਨੇ, ਤਾਂ ਐਸੇ ਕਿਸੇ ਟ੍ਰੈਪ ਦੇ ਵਿੱਚ ਫਸ ਨਾ ਜਾਵੇ। ਉਧਰ ਅੰਮ੍ਰਿਤਸਰ ਦੇ ਵਿੱਚ ਸਬ ਇੰਸਪੈਕਟਰ ਦੀ ਗੱਡੀ ਦੇ ਵਿੱਚ ਬੰਬ ਪਲਾਂਟ ਕਰਨ ਵਾਲੇ ਹਰਪਾਲ ਅਤੇ ਫਤਿਹਦੀਪ ਚਾਚਾ ਭਤੀਜਾ ਨਿਕਲੇ। ਦੋਵੇਂ ਮਾਲਦੀਵ ਭੱਜਣ ਦੀ ਫਿਰਾਕ ਦੇ ਵਿੱਚ ਸੀ। ਪੁਲਿਸ ਪੁੱਛਗਿੱਛ ਦੇ ਵਿੱਚ ਖੁਲਾਸਾ ਹੋਇਆ ਕਿ ਇਹ ਪੈਸਾ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਬੈਠੇ ਦਹਿਸ਼ਤਗਰਦ ਹਰਵਿੰਦਰ ਰਿੰਦਾ ਤੋਂ ਹੀ ਮਿਲਣਾ ਸੀ। ਰਿੰਦਾ ਨੇ ਦੋਵਾਂ ਨੂੰ ਵਿਸਫੋਟਕ ਮੁਹੱਈਆ ਕਰਵਾਇਆ ਸੀ ਅਤੇ ਕੈਨੇਡਾ ਦੇ ਵਿੱਚ ਬੈਠੇ ਦਹਿਸ਼ਤਗਰਦ ਲਖਬੀਰ ਸਿੰਘ ਨੇ ਦੋਵਾਂ ਨੂੰ ਪੈਸੇ ਦਾ ਲਾਲਚ ਦੇ ਕੇ ਇਹ ਕੰਮ ਕਰਵਾਇਆ। ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਾਫ਼ ਹੋ ਗਿਆ ਕਿ ਹਰਪਾਲ ਸਿੰਘ ਜੋ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਸੀ, ਉਸ ਦੇ ਵਿਦੇਸ਼ ਦੇ ਵਿੱਚ ਬੈਠੇ ਦਹਿਸ਼ਤਗਰਦਾਂ ਅਤੇ ਗੈਂਗਸਟਰਸ ਦੇ ਨਾਲ ਪਹਿਲਾਂ ਤੋਂ ਹੀ ਸਬੰਧ ਸਨ। ਸਰਹੱਦੀ ਇਲਾਕੇ ਦੇ ਕੋਲ ਦੋਵਾਂ ਦੇ ਘਰ ਹੋਣ ਦੀ ਵਜ੍ਹਾ ਨਾਲ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਦੀ ਭੂਮਿਕਾ ਹੁਣ ਸਾਹਮਣੇ ਆ ਰਹੀ ਹੈ। ਦੋਵੇਂ ਮੁਲਜ਼ਮ ਜ਼ਿਲ੍ਹਾ ਤਰਨਤਾਰਨ ਪੱਟੀ ਦੇ ਰਹਿਣ ਵਾਲੇ ਨੇ। ਜ਼ਿਕਰ ਖਾਸ ਹੈ ਕਿ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਵਿੱਚ ਸਬ ਇੰਸਪੈਕਟਰ ਦੀ ਗੱਡੀ 'ਚ ਬੰਬ ਫਿੱਟ ਕਰਨ ਵਾਲਿਆਂ ਦਾ ਇੱਕ CCTV ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਇਹ ਦੋਵੇਂ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ। ਇਹਨਾਂ ਦੇ ਵਿੱਚੋਂ ਇੱਕ ਘਰ ਦੇ ਬਾਹਰ ਖੜੀ ਗੱਡੀ ਦੇ ਵਿੱਚ ਬੰਬ ਪਲਾਂਟ ਕਰਦਾ ਹੈ ਅਤੇ ਫਿਰ ਇਹ ਦੋਵੇਂ ਫਰਾਰ ਹੋ ਜਾਂਦੇ ਨੇ।
ਉਧਰ ਹਰਪਾਲ ਅਤੇ ਫਤਿਹਦੀਪ ਦੋਵਾਂ ਤੋਂ ਮਾਲਦੀਵ ਦੀ ਟਿਕਟ ਦੇ ਇਲਾਵਾ $4000 ਅਤੇ ਤਕਰੀਬਨ 2.5 ਲੱਖ ਰੁਪਏ ਦੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਜੇਕਰ ਪੁਲਿਸ ਮੁਲਾਜ਼ਮਾਂ ਨੂੰ ਫੜਨ ਦੇ ਵਿੱਚ ਥੋੜੀ ਵੀ ਦੇਰ ਕਰਦੀ ਤਾਂ ਦੋਵੇਂ ਮੁਲਜ਼ਮ ਮਾਲਦੀਵ ਭੱਜ ਚੁੱਕੇ ਹੁੰਦੇ, ਪਰ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਦਿੱਲੀ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। ਦੋਵਾਂ ਨੇ 15 ਅਗਸਤ ਦੀ ਰਾਤ ਤਕਰੀਬਨ 3 ਵਜੇ ਬੰਬ ਇੰਪਲਾਂਟ ਕੀਤਾ ਸੀ। ਇਸ ਤੋਂ ਬਾਅਦ ਦੋਵੇਂ ਦਿੱਲੀ ਦੇ ਵੱਲ ਰਵਾਨਾ ਹੋ ਗਏ ਸਨ। 16 ਅਗਸਤ ਨੂੰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੀ ਟੈਕਨੀਕਲ ਟੀਮ ਨੇ ਜਾਂਚ ਸ਼ੁਰੂ ਕੀਤੀ। ਰਣਜੀਤ ਐਵਨਿਊ ਦੇ ਵਿੱਚ ਰਾਤ ਦੇ ਸਮੇਂ ਐਕਟਿਵ ਮੋਬਾਈਲ ਫੋਨ ਦਾ ਡੇਟਾ ਖੰਗਾਲਿਆ ਗਿਆ। ਰਾਤ ਦੇ ਸਮੇਂ ਯੂਜ਼ੇਜ ਘੱਟ ਹੋਣ ਦੀ ਵਜ੍ਹਾ ਨਾਲ ਹਰਪਾਲ ਅਤੇ ਫਤਿਹਦੀਪ ਦਾ ਮੋਬਾਈਲ ਜਲਦ ਹੀ ਟਰੇਸ ਹੋ ਗਿਆ। ਮੋਬਾਈਲ ਦੇ ਸਿਗਨਲ ਹੀ ਪੰਜਾਬ ਪੁਲਿਸ ਨੂੰ ਦਿੱਲੀ ਤੱਕ ਲੈ ਗਏ। ਦੋਵੇਂ ਮੁਲਜ਼ਮ ਹਰਪਾਲ ਅਤੇ ਫਤਿਹਦੀਪ ਨੇ ਦਿੱਲੀ ਦਾ ਰੂਟ ਫੜ ਲਿਆ ਸੀ। ਪੁਲਿਸ ਜਾਂਚ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਦੋਵਾਂ ਨੇ ਰਾਤ ਦੇ ਵਿੱਚ ਹੀ ਕੈਨੇਡਾ ਦੇ ਵਿੱਚ ਬੈਠੇ ਦਹਿਸ਼ਤਗਰਦ ਲਖਬੀਰ ਸਿੰਘ ਨੂੰ ਫੋਨ ਕਰਕੇ ਬੰਬ ਇੰਪਲਾਂਟ ਕਰਨ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਦਹਿਸ਼ਤਗਰਦ ਲਖਬੀਰ ਨੇ ਦੋਵਾਂ ਨੂੰ ਫਲਾਈਟ ਫੜ ਕੇ ਜਲਦ ਕੈਨੇਡਾ ਆਉਣ ਦੇ ਲਈ ਕਿਹਾ ਅਤੇ ਮੈਸੇਜ ਦਿੱਤਾ ਕਿ ਪਾਕਿਸਤਾਨ 'ਚ ਬੈਠਾ ਦਹਿਸ਼ਤਗਰਦ ਹਰਵਿੰਦਰ ਸਿੰਘ ਰਿੰਦਾ ਛੇਤੀ ਹੀ ਉਹਨਾਂ ਨੂੰ ਪੇਮੈਂਟ ਵੀ ਕਰਵਾ ਦੇਵੇਗਾ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਸੀਬੀਆਈ ਦੇ ਛਾਪੇ ਦੀ। 9 ਘੰਟਿਆਂ ਤੋਂ ਸੀਬੀਆਈ ਦੀ ਰੇਡ ਲਗਾਤਾਰ ਜਾਰੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਦੇ ਉੱਤੇ ਲਗਾਤਾਰ ਰੇਡ ਜਾਰੀ ਹੈ ਤੇ ਕਾਬਲੇ ਗੌਰ ਇਹ ਵੀ ਹੈ ਕਿ 7 ਸਟੇਟਾਂ ਦੇ ਵਿੱਚ 21 ਥਾਵਾਂ ਦੇ ਉੱਤੇ ਸੀਬੀਆਈ ਇਹ ਛਾਪੇਮਾਰੀ ਕਰ ਰਹੀ ਹੈ। 13 ਸੂਬਿਆਂ ਦੇ ਵਿੱਚ ਇੱਕ ਪੰਜਾਬ ਵੀ ਹੈ। ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਦੇ ਉੱਤੇ ਸੀਬੀਆਈ ਨੇ ਛਾਪਾ ਮਾਰਿਆ। ਤਕਰੀਬਨ 9 ਘੰਟਿਆਂ ਬਾਅਦ ਵੀ ਇਹ ਜਾਂਚ ਜਿਹੜੀ ਪੁੱਛ ਪੜਤਾਲ ਹੈ, ਕਹੀਏ ਕਿ ਛਾਨਬੀਨ ਹੈ, ਉਹ ਜਾਰੀ ਹੈ। ਉਧਰ ਪੰਜਾਬ ਦੇ ਵਿੱਚ ਵੀ ਸੀਬੀਆਈ ਛਾਪੇਮਾਰੀ ਕਰ ਰਹੀ ਹੈ। ਸਿਸੋਦੀਆ ਦੇ ਘਰ ਦੇ ਉੱਤੇ ਤਾਂ ਸੀਬੀਆਈ ਦੇ 6 ਤੋਂ 7 ਅਧਿਕਾਰੀ ਮੌਜੂਦ ਨੇ। ਦਰਅਸਲ ਇੱਕ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪੂਰਾ ਵਿਵਾਦ ਖੜਾ ਹੋਇਆ ਹੈ ਔਰ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ ਟੀਮ ਪਹੁੰਚ ਚੁੱਕੀ ਹੈ। 9 ਘੰਟਿਆਂ ਤੋਂ ਸੀਬੀਆਈ ਦੀ ਰੇਡ ਜਾਰੀ ਹੈ। ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਔਰ 9 ਘੰਟੇ ਹੋ ਚੁੱਕੇ ਨੇ ਕਿ ਸੀਬੀਆਈ ਜਿਹੜੀ ਇਹ ਛਾਨਬੀਨ ਕਰ ਰਹੀ ਹੈ। ਉੱਥੇ ਖੰਗਾਲੇ ਜਾ ਰਹੇ ਨੇ ਦਸਤਾਵੇਜ਼ ਲਾਜ਼ਮੀ ਤੌਰ ਤੇ, ਕਿਉਂਕਿ 9 ਘੰਟਿਆਂ ਤੋਂ ਜੇਕਰ ਸੀਬੀਆਈ ਵੱਖ-ਵੱਖ ਥਾਵਾਂ ਦੇ ਉੱਤੇ ਮੌਜੂਦ ਹੈ ਔਰ 6 ਤੋਂ 7 ਅਧਿਕਾਰੀ ਸਿਸੋਦੀਆ ਦੇ ਘਰ ਦੇ ਉੱਤੇ ਮੌਜੂਦ ਨੇ ਤਾਂ ਇੱਕ ਚੀਜ਼ ਨੂੰ ਇਸ ਸਮੇਂ ਜ਼ਰੂਰ ਖੰਗਾਲ ਰਹੇ ਹੋਣਗੇ। ਮਨੀਸ਼ ਸਿਸੋਦੀਆ ਦੇ ਉੱਤੇ ਸੀਬੀਆਈ ਰੇਡ ਤੋਂ ਸੀਐਮ ਭਗਵੰਤ ਮਾਨ ਗੁੱਸੇ ਦੇ ਵਿੱਚ ਨੇ ਅਤੇ ਇਸ ਛਾਪੇਮਾਰੀ ਤੋਂ ਕਾਫੀ ਨਾਰਾਜ਼ ਵੀ ਨਜ਼ਰ ਆਏ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਆਜ਼ਾਦ ਭਾਰਤ ਦੇ ਸਭ ਤੋਂ ਵਧੀਆ ਸਿੱਖਿਆ ਮੰਤਰੀ ਨੇ। ਅੱਜ ਯੂਐਸ ਦੇ ਸਭ ਤੋਂ ਵੱਡੇ ਅਖਬਾਰ ਨਿਊਯਾਰਕ ਟਾਈਮਜ਼ ਨੇ ਫਰੰਟ ਪੇਜ ਦੇ ਵਿੱਚ ਉਹਨਾਂ ਦੀ ਫੋਟੋ ਛਾਪੀ ਅਤੇ ਅੱਜ ਹੀ ਮੋਦੀ ਜੀ ਨੇ ਉਹਨਾਂ ਦੇ ਘਰ ਸੀਬੀਆਈ ਭੇਜ ਦਿੱਤੀ। ਇਸ ਤਰ੍ਹਾਂ ਭਾਰਤ ਕਿਵੇਂ ਅੱਗੇ ਵਧੇਗਾ? ਮਨੀਸ਼ ਸਿਸੋਦੀਆ ਦੇ ਘਰ ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਰੇਡ ਪਈ ਹੈ। ਪਾਲਿਸੀ ਨੂੰ ਲੈ ਕੇ ਸੀਬੀਆਈ ਨੇ ਕੇਸ ਦਰਜ ਕੀਤਾ ਹੈ। ਸੂਤਰਾਂ ਦੇ ਮੁਤਾਬਿਕ ਐਫਆਈਆਰ ਦੇ ਵਿੱਚ ਸਿਸੋਦੀਆ ਤੋਂ ਇਲਾਵਾ 4 ਹੋਰ ਲੋਕਾਂ ਦੇ ਵੀ ਨਾਮ ਨੇ। ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀਕੇ ਸਕਸੇਨਾ ਦੇ ਹੁਕਮਾਂ ਦੇ ਉੱਤੇ ਪਾਲਿਸੀ ਦੀ ਜਾਂਚ ਸ਼ੁਰੂ ਹੋਈ ਸੀ। ਚੀਫ ਸੈਕਟਰੀ ਨਰੇਸ਼ ਕੁਮਾਰ ਨੇ ਜਾਂਚ ਰਿਪੋਰਟ ਦੇ ਵਿੱਚ ਕਿਹਾ ਕਿ ਨਵੀਂ ਪਾਲਿਸੀ ਦੇ ਜ਼ਰੀਏ ਸ਼ਰਾਬ ਲਾਇਸੈਂਸ ਧਾਰਕਾਂ ਨੂੰ ਫਾਇਦਾ ਪਹੁੰਚਾਇਆ ਗਿਆ। ਹਾਲਾਂਕਿ ਹੁਣ ਇਸ ਪਾਲਿਸੀ ਨੂੰ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਪਸ ਲੈ ਲਿਆ ਹੈ। ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਰਾਜ਼ਗੀ ਜਤਾਈ। ਉਧਰ ਸੀਬੀਆਈ ਰੇਡ ਨੂੰ ਲੈ ਕੇ ਸਿਆਸੀ ਘਮਸਾਨ ਵੀ ਛਿੜਿਆ ਹੋਇਆ। ਆਮ ਆਦਮੀ ਪਾਰਟੀ ਇਸ ਰੇਡ ਨੂੰ ਬੀਜੇਪੀ ਦੀ ਸਾਜ਼ਿਸ਼ ਦੱਸ ਰਹੀ ਹੈ ਤਾਂ ਬੀਜੇਪੀ ਵੀ ਪਲਟਵਾਰ ਕਰ ਰਹੀ ਹੈ। ਤੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਰੇਡ ਸੀਬੀਆਈ ਨੇ ਕੀਤੀ ਤਾਂ ਇਸ ਰੇਡ ਨੇ ਪੰਜਾਬ ਦੀ ਸਿਆਸਤ ਵੀ ਦਿਖਾ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਇਸ ਰੇਡ ਨੂੰ ਬੀਜੇਪੀ ਦੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਬੀਜੇਪੀ ਕੇਜਰੀਵਾਲ ਦੀ ਲੋਕਪ੍ਰਿਯਤਾ ਤੋਂ ਡਰ ਗਈ ਹੈ ਤੇ ਦੇਸ਼ 'ਚੋਂ ਕੇਜਰੀਵਾਲ ਮਾਡਲ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। कि बुंदेलखंड एक्सप्रेसवे में घोटाला हुआ, सीबीआई वहां नहीं गई। मुद्दा तो केजरीवाल है। ये लोग आइडेंटिफाई करते हैं कि केजरीवाल को खत्म करना है, अब कुछ ढूंढो, कुछ केस बनाओ। ਇਲਜ਼ਾਮ ਬੀਜੇਪੀ ਤੇ ਲੱਗ ਰਹੇ ਨੇ ਤੇ ਬੀਜੇਪੀ ਵੀ ਪਲਟਵਾਰ ਕਰਨ ਤੋਂ ਪਿੱਛੇ ਨਹੀਂ ਹਟੀ ਤੇ ਘੁਟਾਲੇ ਦਾ ਡਾਇਰੈਕਟਰ ਦਿੱਲੀ ਦੇ ਮੁੱਖ ਮੰਤਰੀ ਨੂੰ ਹੀ ਦੱਸ ਦਿੱਤਾ। इस पूरी पिक्चर का जो डायरेक्टर प्रोड्यूसर है वो है अरविंद केजरीवाल। इस पूरी पिक्चर का जो मेन जो विलेन है वो है मनीष सिसोदिया। इस पूरी पिक्चर में जो छोटे छोटे और गुंडे मवाली लोग हैं वो शराब माफिया और इनके वो सारे दलाल जो इनके लिए पैसा इकट्ठा करने का काम करते थे।
ਉਧਰ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਮੁੱਦਾ ਖੂਬ ਗਰਮਾਇਆ ਹੋਇਆ ਹੈ ਤੇ ਕਾਂਗਰਸ ਜੋ ਬੀਜੋਗੇ ਉਹ ਵੱਢੋਗੇ ਦੀ ਕਹਾਵਤ ਬੋਲ ਕੇ ਸਵਾਲ ਖੜੀ ਕਰ ਰਹੀ ਹੈ ਤਾਂ ਅਕਾਲੀ ਦਲ ਨੇ ਵੀ ਦਿੱਲੀ ਦੇ ਨਾਲ-ਨਾਲ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ। ਇੱਥੇ ਤੁਸੀਂ ਕਹਿੰਦੇ ਹੋ ਕਿ ਇਹ ਸਾਰੇ ਚੋਰ ਹੈ, ਇਸ ਕਰਕੇ ਚੋਰਾਂ ਨੂੰ ਅਸੀਂ ਫੜ ਰਹੇ ਹਾਂ। ਇਸੇ ਕਰਕੇ ਮੈਂ ਕਿਹਾ ਕਿ ਜੈਸੇ ਕੋ ਤੈਸਾ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਤਾਂ ਸੀਬੀਆਈ ਦੇ ਛਾਪਿਆਂ ਨੇ ਸਿਆਸਤ ਤਾਂ ਜ਼ਰੂਰ ਪਖਾ ਦਿੱਤੀ ਹੈ। ਖੈਰ ਜਦੋਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਸਵਾਲ ਉੱਠਣ, ਸੀਬੀਆਈ ਛਾਪੇ ਮਾਰੇ ਤੇ ਉਸ ਦੇ ਉੱਤੇ ਜ਼ਬਰਦਸਤ ਸਿਆਸੀ ਬਿਆਨਬਾਜ਼ੀਆਂ ਹੋਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਆਨਲਾਈਨ ਠੱਗ ਇੰਨੇ ਸ਼ਾਤਿਰ ਹੋ ਚੁੱਕੇ ਨੇ ਕਿ ਭੋਲੇ ਭਾਲੇ ਲੋਕਾਂ ਨੂੰ ਸ਼ਿਕਾਰ ਬਣਾਉਣ ਦੇ ਲਈ ਨਵੇਂ ਤੋਂ ਨਵੇਂ ਤਰੀਕੇ ਲੱਭ ਰਹੇ ਨੇ ਤੇ ਹੁਣ ਮੰਤਰੀਆਂ ਦੇ ਨਾਮ ਦੇ ਉੱਤੇ ਠੱਗੀ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ। ਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਨਾਮ ਲੈ ਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਨੇ ਤੇ ਫੋਨ ਜਿਨ੍ਹਾਂ ਨੂੰ ਆਉਂਦਾ ਹੈ ਉਹ ਮੰਤਰੀ ਸਾਹਿਬ ਦੇ ਕਰੀਬੀ ਨੇ ਤੇ ਆਪਣੇ ਆਪ ਨੂੰ ਸੀਐਮ ਮੀਟਿੰਗ ਦੇ ਵਿੱਚ ਦੱਸ ਕੇ ਪੈਸਿਆਂ ਨੂੰ ਟ੍ਰਾਂਸਫਰ ਕਰਨ ਦੇ ਲਈ ਕਿਹਾ ਜਾਂਦਾ ਹੈ। ਹੱਦ ਹੋ ਗਈ ਮਹਾਰਾਜ, 20,000 ਵਿੱਚੋਂ ਫਰਾਡ ਮੇਰੇ ਪੀਏ ਨੂੰ ਕਹਿੰਦੇ ਫਰਾਡ ਹੁੰਦਾ ਪਿਆ, ਮਤਲਬ ਮੇਰੀ ਆਵਾਜ਼ ਨਹੀਂ ਪਹੁੰਚਾਉਣ ਆਉਂਦੀ ਤੁਹਾਨੂੰ, ਮੈਂ ਕੌਣ ਬੋਲਦਾ ਵਾ। ਆਪਾਂ ਇਹ ਛੋਟਾ ਜਿਹਾ ਟ੍ਰਾਂਸਫਰ ਕਰਾਉਣਾ ਹੋ ਜਾਊਗਾ। ਅਕਾਊਂਟ ਨੰਬਰ IFSC ਕੋਡ ਵਿਦ ਨੇਮ। ਯੈਸ ਸੈਂਡ ਕਰੋ ਭਾਜੀ, ਮੈਂ ਚੈੱਕ ਕਰ ਲੈਂਦਾ ਭਾਜੀ, ਮੈਂ ਦੱਸਦਾ ਹੁਣੇ 2 ਮਿੰਟ। ਉਧਰ ਮੰਤਰੀ ਸਾਹਿਬ ਦਾ ਨਾਮ ਲਿਆ ਜਾਂਦਾ ਤਾਂ ਮੰਤਰੀ ਨੇ ਵੀ ਇਸ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਮੇਰੇ ਅਤੇ ਮੇਰੇ ਭਰਾ ਦੇ ਨਾਮ ਦੇ ਉੱਤੇ ਪੈਸੇ ਮੰਗੇ ਗਏ ਨੇ ਜਿਸ ਦੀ ਸ਼ਿਕਾਇਤ ਵੀ ਦਿੱਤੀ ਗਈ ਹੈ। ਮੇਰੇ ਬ੍ਰਦਰ ਤੱਕ ਦਾ ਕਿਤੇ ਨਾਂ ਲਿਆ ਗਿਆ ਔਰ ਐਸਐਸਪੀ ਸਾਹਿਬ ਨੂੰ ਮੈਂ ਉਸੇ ਵੇਲੇ ਚੱਕ ਕੇ ਰਿਕਾਰਡਿੰਗ ਜਿਹੜੀ ਉਸੇ ਵੇਲੇ ਭੇਜ ਦਿੱਤੀ ਸੀ ਕਿ ਦਰਿਆਫਤ ਕਰੋ, ਔਰ ਉਹਨਾਂ ਨੇ ਦਰਿਆਫਤ ਕੀਤੀ। ਕੋਈ ਝਾਰਖੰਡ ਦੇ ਕੋਈ ਵੈਸਟ ਬੰਗਾਲ ਦੇ ਨੰਬਰ ਸੀਗੇ ਉਹ ਵੀ। ਪੁਲਿਸ ਨੇ ਜਾਂਚ ਕੀਤੀ ਤਾਂ ਨੰਬਰਾਂ ਦਾ ਪਤਾ ਲੱਗਿਆ ਕਿ ਇਹ ਨੰਬਰ ਬੰਗਾਲ ਅਤੇ ਝਾਰਖੰਡ ਦੇ ਨਾਲ ਸੰਬੰਧਿਤ ਨੇ ਤੇ ਆਨਲਾਈਨ ਠੱਗਾਂ ਨੇ ਆਨਲਾਈਨ ਠੱਗੀ ਦਾ ਇਹ ਨਵਾਂ ਤਰੀਕਾ ਲੱਭ ਲਿਆ ਹੈ। ਤਾਂ ਨਵੇਂ ਤਰੀਕੇ ਤਾਂ ਜ਼ਰੂਰ ਲੱਭੇ ਜਾ ਰਹੇ ਨੇ। ਕਾਬਿਲ ਗੌਰ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਗੱਲ ਕਰਦਾ ਹੈ ਦੂਜੇ ਪਾਸੇ ਤੋਂ ਫੋਨ ਦੇ ਉੱਤੇ ਮੰਤਰੀ ਦਾ ਨਾਮ ਲੈ ਕੇ ਔਰ ਇਹਨੇ ਕੌਨਫੀਡੈਂਟ ਔਰ ਤੁਸੀਂ ਕਹਿ ਸਕਦੇ ਹੋ ਇੱਕ ਵੱਖਰੇ ਤਰੀਕੇ ਨਾਲ ਗੱਲ ਕਰਦਾ ਹੈ। ਖੈਰ ਜਦੋਂ ਮੰਤਰੀ ਦੇ ਨਾਮ ਦੇ ਉੱਤੇ ਵੀ ਠੱਗੀ ਮਾਰਨ ਦੀ ਕੋਸ਼ਿਸ਼ ਹੋਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਵਿਕਰਮ ਮਜੀਠੀਆ ਪਟਿਆਲਾ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕੇ ਨੇ ਤੇ ਸਿਆਸਤ ਦੇ ਵਿੱਚ ਵਿਰੋਧੀ ਪਟਿਆਲਾ ਜੇਲ੍ਹ ਦੇ ਵਿੱਚ ਇਕੱਠੇ ਰਹੇ ਤੇ ਬਾਹਰ ਆ ਕੇ ਮਜੀਠੀਆ ਨੇ ਬਿਨਾਂ ਨਾਮ ਲਏ ਨਵਜੋਤ ਸਿੱਧੂ ਤੇ ਨਿਸ਼ਾਨੇ ਸਾਧੇ। ਤਕਰੀਬਨ 5 ਮਹੀਨੇ ਪਟਿਆਲਾ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਰਹੇ। ਮਜੀਠੀਆ ਬਾਹਰ ਆ ਚੁੱਕੇ ਨੇ, ਸਿੱਧੂ ਜੇਲ੍ਹ ਦੇ ਵਿੱਚ ਹੀ ਨੇ। ਮਜੀਠੀਆ ਨੇ ਇੱਕ ਹਫ਼ਤੇ ਬਾਅਦ ਜਿੱਥੇ ਆਪਣੇ ਆਪ ਨੂੰ ਆਮ ਕੈਦੀਆਂ ਵਾਲਾ ਟ੍ਰੀਟਮੈਂਟ ਦੇਣ ਦਾ ਦਾਅਵਾ ਕੀਤਾ ਤਾਂ ਉੱਥੇ ਹੀ ਬਿਨਾਂ ਨਾਮ ਲਏ ਸਿੱਧੂ ਦੇ ਡਾਈਟ ਚਾਰਟ ਦਾ ਹਵਾਲਾ ਦਿੰਦਿਆਂ ਸਿੱਧੂ ਨੂੰ VIP ਟ੍ਰੀਟਮੈਂਟ ਦਿੱਤੇ ਜਾਣ ਦਾ ਇਲਜ਼ਾਮ ਵੀ ਲਗਾਇਆ। ਕਿਉਂਕਿ VIP ਟ੍ਰੀਟਮੈਂਟ ਕੋਈ ਮਿਲਿਆ ਨਹੀਂ ਆ ਲਿਖ ਕੇ ਦੇਣ। ਹਾਂ, ਜਿਨ੍ਹਾਂ ਨੂੰ ਬੈੱਡ ਮਿਲੇ ਆ, ਜਿਨ੍ਹਾਂ ਨੂੰ ਗੱਦੇ ਮਿਲੇ ਆ, ਜਿਨ੍ਹਾਂ ਨੂੰ ਕੂਲਰ ਮਿਲੇ ਆ। ਹਾਲਾਂਕਿ ਮਜੀਠੀਆ ਨੇ ਸਿੱਧੂ ਨੂੰ ਨਿਸ਼ਾਨੇ ਤੇ ਲਿਆ ਤਾਂ ਉੱਥੇ ਸਿੱਧੂ ਦੇ ਬੱਚਿਆਂ ਤੇ ਪਰਿਵਾਰ ਦੇ ਦਰਦ ਨੂੰ ਵੀ ਵੰਡਾਉਣ ਦੀ ਗੱਲ ਕਹੀ। ਸਜ਼ਾ ਜਾਬਤਾ ਨੇ, ਮਗਰ ਮੈਂ ਉਹਨਾਂ ਦੀ ਵੀ ਸੁੱਖ ਮੰਗ, ਸਿੱਧੂ ਸਾਹਿਬ ਦੀ ਵੀ ਚਿੰਤਾ ਆ ਮੈਨੂੰ, ਉਹਨਾਂ ਦੇ ਬੱਚਿਆਂ ਦੀ ਵੀ ਮੈਂ ਦਰਦ ਨੂੰ ਮਹਿਸੂਸ ਕਰਦਾ। ਜਦੋਂ ਮਜੀਠੀਆ ਜੇਲ੍ਹ ਦੇ ਵਿੱਚ ਸਨ ਤਾਂ ਜੇਲ੍ਹ ਮੰਤਰੀ ਨੇ ਕਿਹਾ ਸੀ ਕਿ ਅਸੀਂ VIP ਟ੍ਰੀਟਮੈਂਟ ਨਹੀਂ ਦੇ ਰਹੇ, ਜਿਸ ਦਾ ਜਵਾਬ ਹੁਣ ਮਜੀਠੀਆ ਨੇ ਦਿੱਤਾ ਹੈ। ਉਧਰ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਇਆ ਨੂੰ ਹਫ਼ਤਾ ਤਾਂ ਹੋ ਚੁੱਕਿਆ ਹੈ ਤੇ ਮਜੀਠੀਆ ਨੇ ਜੇਲ੍ਹ ਦੇ ਵਿੱਚ ਖੁਦ ਨੂੰ ਮਿਲੇ ਟ੍ਰੀਟਮੈਂਟ ਨੂੰ ਲੈ ਕੇ ਵੀ ਸਰਕਾਰ ਤੇ ਸਵਾਲ ਖੜੇ ਕੀਤੇ। ਇੱਕ ਪਾਸੇ ਮਜੀਠੀਆ ਦੇ ਨਿਸ਼ਾਨੇ ਤੇ ਨਵਜੋਤ ਸਿੰਘ ਸਿੱਧੂ ਸਨ ਤਾਂ ਉੱਥੇ ਜੇਲ੍ਹ ਮੰਤਰੀ ਹਰਜੋਤ ਬੈਂਸ ਦੇ ਬਿਆਨਾਂ ਨੂੰ ਕੋਟ ਕਰਕੇ ਉਹਨਾਂ ਨੇ ਬੋਲਿਆ। ਮਜੀਠੀਆ ਨੇ ਕਿਹਾ ਕਿ ਮੈਨੂੰ ਤਾਂ ਦਰੀ ਵੀ ਨਹੀਂ ਮਿਲੀ, ਜਦਕਿ ਕਈਆਂ ਨੂੰ ਤਾਂ ਡਾਈਟ ਚਾਰਟ ਫੋਲੋ ਕਰਵਾਏ ਜਾ ਰਹੇ ਨੇ। ਜਿਨ੍ਹਾਂ ਨੂੰ ਬੈੱਡ ਮਿਲੇ ਆ, ਜਿਨ੍ਹਾਂ ਨੂੰ ਗੱਦੇ ਮਿਲੇ ਆ, ਜਿਨ੍ਹਾਂ ਨੂੰ ਕੂਲਰ ਮਿਲੇ ਆ, ਬਦਾਮ ਮਿਲਣਾ, ਚੁਕੰਦਰ ਮਿਲਣਾ। ਮਜੀਠੀਆ ਦਾ ਕਹਿਣਾ ਕਿ ਮੈਂ ਪ੍ਰੋਟੋਕਾਲ ਦਾ ਪਾਲਣਾ ਕੀਤੀ ਪਰ ਜੇਲ੍ਹ ਮੰਤਰੀ ਸਿਰਫ ਤੇ ਸਿਰਫ ਹਵਾ 'ਚ ਗੱਲਾਂ ਕਰਦੇ ਨੇ। ਕਿ ਜੇਲ੍ਹ ਦੇ ਅੰਦਰ ਕਰੀਬ 5.5 ਮਹੀਨੇ ਰੱਖੇ ਨੇ ਵਿਕਰਮ ਮਜੀਠੀਆ ਤੇ ਉਸ ਨੂੰ ਲੈ ਕੇ ਹੁਣ ਸਵਾਲ ਚੁੱਕ ਰਹੇ ਨੇ ਕਿ ਅੰਦਰ ਟ੍ਰੀਟਮੈਂਟ ਵੱਖ-ਵੱਖ ਕੈਦੀਆਂ ਨੂੰ ਵੱਖ-ਵੱਖ ਦਿੱਤਾ ਜਾਂਦਾ। ਕਾਬਿਲੇ ਗੌਰ ਹੈ ਕਿ ਪਟਿਆਲਾ ਜੇਲ੍ਹ ਦੇ ਵਿੱਚ ਹੀ ਵਿਕਰਮ ਮਜੀਠੀਆ ਬੰਦ ਰਹੇ ਤੇ ਪਟਿਆਲਾ ਜੇਲ੍ਹ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਵੀ ਬੰਦ ਨੇ ਤੇ ਸਿੱਧੂ ਨੂੰ ਟ੍ਰੀਟਮੈਂਟ VIP ਦਿੱਤਾ ਜਾ ਰਿਹਾ। ਇਸ ਤਰੀਕੇ ਦੇ ਇਲਜ਼ਾਮ ਬਿਨਾਂ ਨਾਮ ਲਏ ਜ਼ਰੂਰ ਵਿਕਰਮ ਮਜੀਠੀਆ ਨੇ ਲਗਾਏ ਨੇ। ਫਰਕ ਤਾਂ ਪੈਂਦਾ ਦੇ ਵਿੱਚ ਵੇਲਾ ਹੋ ਚਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਰਾਤ 9 ਵਜੇ ਮੁੜ ਤੋਂ ਮੁਲਾਕਾਤ ਹੋਏਗੀ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ।